ਵੈਲਕਮ ਟੂ ਧੀਰ ਐਜੂਕੇਸ਼ਨ YouTube ਚੈਨਲ। ਹਾਂਜੀ, ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਸਾਡਾ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਜੁਆਇਨ ਕਰਨ ਲਈ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ, ਉੱਥੇ ਜਾ ਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਹਾਂਜੀ, ਅੱਜ ਅਸੀਂ ਇਹ ਕੁਐਸਚਨ ਦੇਖਾਂਗੇ ਜੋ ਸਬ ਇੰਸਪੈਕਟਰ ਦੇ ਵਿੱਚ ਸੈਕਿੰਡ ਸ਼ਿਫਟ ਦੇ ਵਿੱਚ ਜੋ ਕੁਐਸਚਨ ਪੁੱਛੇ ਗਏ ਸੀ। ਜੋ ਜੀਕੇ ਦੇ ਕੁਐਸਚਨ ਨੇ ਫਸਟ ਸ਼ਿਫਟ ਦੇ ਵਿੱਚ ਪੁੱਛੇ ਗਏ ਸੀ, ਤੇ ਬਾਕੀ ਕੰਪਿਊਟਰ ਇੰਗਲਿਸ਼ ਦੇ ਜੋ ਕੁਐਸਚਨ ਨੇ ਉਹ ਵੀ ਅਸੀਂ ਡਿਸਕਸ ਕਰਾਂਗੇ ਕਿ ਕਿਹੜੇ ਕਿਹੜੇ ਪੁੱਛੇ ਗਏ ਸੀ ਤੇ ਇੰਗਲਿਸ਼ ਦੇ ਕੁਐਸਚਨ ਕਿਹੜੇ ਕਿਹੜੇ ਪੁੱਛੇ ਗਏ ਸੀ। ਸਭ ਤੋਂ ਪਹਿਲਾਂ ਜੀਕੇ ਦੇ ਕੁਐਸਚਨ ਡਿਸਕਸ ਕਰਦੇ ਹਾਂ ਜੀ। ਜੀਕੇ ਦੇ ਕੁਐਸਚਨ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ, ਅਜੰਟਾ ਅਲੋਰਾ ਕੇਵਸ ਲੋਕੇਟਡ ਇਨ ਵਿਚ ਰੀਜਨ। ਹਾਂਜੀ, ਇਸ ਦਾ ਜੋ ਸਹੀ ਆਨਸਰ ਆਉਣਾ ਸੀ ਔਰੰਗਾਬਾਦ। ਔਰੰਗਾਬਾਦ ਰੀਜਨ ਦੇ ਵਿੱਚ ਲੋਕੇਟਡ ਆ, ਇਹ ਹੈਗਾ ਹੈ ਵੈਸਟ ਬੰਗਾਲ ਦੇ ਵਿੱਚ। ਠੀਕ ਹੈ ਜੀ, ਵੈਸਟ ਬੰਗਾਲ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਾਂ ਦੇਖ ਲੈਂਦੇ ਹਾਂ ਕਿਹੜਾ ਸੀ। ਨੈਕਸਟ ਕੁਐਸਚਨ ਸੀ ਖੂਨੀ ਵਿਸਾਖੀ ਰਿਟਨ ਬਾਏ। ਜੋ ਖੂਨੀ ਵਿਸਾਖੀ ਬੁੱਕ ਹੈ ਇਹ ਕਿਸ ਦੇ ਦੁਆਰਾ ਲਿਖੀ ਗਈ ਸੀ? ਇਸ ਦਾ ਆਨਸਰ ਆਉਣਾ ਸੀ ਨਾਨਕ ਸਿੰਘ। ਨਾਨਕ ਸਿੰਘ ਇਹਨਾਂ ਦੇ ਦੁਆਰਾ ਇਹ ਜਿਹੜੀ ਖੂਨੀ ਵਿਸਾਖੀ ਬੁੱਕ ਹੈ ਇਹ ਲਿਖੀ ਗਈ ਸੀ। ਹਾਂਜੀ, ਨੈਕਸਟ ਕੁਐਸਚਨ, ਮਹਾਤਮਾ ਗਾਂਧੀ ਜੀ ਪਾਰਟੀਸਪੇਟਡ ਇਨ ਹਾਊ ਮਚ ਟਾਈਮਸ ਇਨ ਰਾਊਂਡ ਟੇਬਲ। ਹਾਂਜੀ, ਇਹ ਤੁਹਾਨੂੰ ਯਾਦ ਰੱਖਣਾ ਹੈ, 3 ਰਾਊਂਡ ਟੇਬਲ ਹੋਈ ਸੀ। 3 ਰਾਊਂਡ ਟੇਬਲ ਹੋਈ ਸੀ, ਜਿਸ ਦੇ ਵਿੱਚ ਗਾਂਧੀ ਜੀ ਨੇ ਕੇਵਲ ਸੈਕਿੰਡ ਰਾਊਂਡ ਟੇਬਲ ਜੋ ਮੀਟਿੰਗ ਹੋਈ ਸੀ, ਸੈਕਿੰਡ ਰਾਊਂਡ ਟੇਬਲ ਮੀਟਿੰਗ, ਉਹਦੇ ਵਿੱਚ ਹੀ ਗਾਂਧੀ ਜੀ ਨੇ ਹਿੱਸਾ ਲਿਆ ਸੀ। ਤੇ ਗਾਂਧੀ ਜੀ ਨੇ ਹਿੱਸਾ ਲੈਣ ਤੋਂ ਪਹਿਲਾਂ ਆਇਰਨ ਪੈਕਟ ਸਾਈਨ ਹੋਇਆ ਸੀ। ਆਇਰਨ ਪੈਕਟ ਜੋ ਸਾਈਨ ਹੋਇਆ ਸੀ ਉਹ ਹੋਇਆ ਸੀ ਆਇਰਨ ਪੈਕਟ 1931 ਨੂੰ। ਠੀਕ ਹੈ ਜੀ। ਇਹ ਜਿਹੜੀ ਮੀਟਿੰਗ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਸੈਕਿੰਡ ਰਾਊਂਡ ਟੇਬਲ ਜੋ ਮੀਟਿੰਗ ਹੋਈ ਸੀ ਉਹ ਕਿੱਥੇ ਹੋਈ ਸੀ, ਉਹ ਤੁਹਾਨੂੰ ਯਾਦ ਰੱਖਣਾ ਹੈ, ਉਹ ਲੰਡਨ ਦੇ ਵਿੱਚ ਹੋਈ ਸੀ ਜੀ। ਲੰਡਨ 1931 ਦੇ ਵਿੱਚ। ਠੀਕ ਹੈ ਜੀ। ਤੇ ਇੱਕ ਚੀਜ਼ ਤੁਹਾਨੂੰ ਇਸ ਦੇ ਵਿੱਚ ਹੋਰ ਯਾਦ ਰੱਖਣੀ ਆ, ਜੇ ਤੁਹਾਨੂੰ ਕੁਐਸਚਨ ਆ ਜਾਵੇ ਕਿ ਤਿੰਨੇ ਮੀਟਿੰਗ ਅਟੈਂਡ ਕਿਸ ਨੇ ਕੀਤੀਆਂ ਸਨ, ਤਾਂ 3 ਮੀਟਿੰਗ ਅਟੈਂਡ ਨੇ ਜੋ ਉਹ ਕੀਤੀਆਂ ਸੀ ਡਾਕਟਰ BR ਅੰਬੇਦਕਰ। BR ਅੰਬੇਦਕਰ। ਠੀਕ ਹੈ ਜੀ, ਇਹ ਤੁਹਾਨੂੰ ਯਾਦ ਰੱਖਣਾ ਹੈ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਤਿੰਨੋਂ ਮੀਟਿੰਗ ਸੀ ਜੋ ਰਾਊਂਡ ਟੇਬਲ ਦੀਆਂ ਉਹ ਕਿਹਨੇ ਪਾਰਟੀਸਪੇਟ ਕੀਤੀਆਂ ਸੀ, ਉਹ ਡਾਕਟਰ BR ਅੰਬੇਦਕਰ ਨੇ ਪਾਰਟੀਸਪੇਟ ਕੀਤੀਆਂ ਸੀ। ਹਾਂਜੀ, ਨੈਕਸਟ ਕੁਐਸਚਨ, ਥੋਡਾ ਡਾਂਸ ਆਫ ਸ਼ਿਮਲਾ ਇਜ਼ ਪਰਫੋਰਮਡ ਫੋਰ। ਇਹਨਾਂ ਨੇ ਪੁੱਛਿਆ ਜੀ ਜਿਹੜਾ ਥੋਡਾ ਡਾਂਸ ਹੈ, ਸ਼ਿਮਲਾ ਦਾ ਡਾਂਸ ਹੈ, ਇਹ ਕਿਸ ਦੇ ਲਈ ਪਰਫੋਰਮ ਕੀਤਾ ਜਾਂਦਾ ਹੈ? ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਵਾਰੀਅਰ ਡਾਂਸ ਹੈ। ਵਾਰੀਅਰ ਡਾਂਸ ਹੈ, ਇਹ ਪਰਫੋਰਮ ਕੀਤਾ ਜਾਂਦਾ ਡਿਊਰਿੰਗ ਇਹ ਵਿਸ਼ੂ ਫੇਅਰ। ਇਹਨਾਂ ਦਾ ਕੋਈ ਫੈਸਟੀਵਲ ਹੁੰਦਾ ਜੀ, ਵਿਸ਼ੂ ਫੇਅਰ, ਉਸ ਦੇ ਵਿੱਚ ਇਹ ਫੇਅਰ ਕੀਤਾ, ਵਿਸ਼ੂ ਫੇਅਰ ਦੇ ਵਿੱਚ ਇਹ ਡਾਂਸ ਪਰਫੋਰਮ ਕੀਤਾ ਜਾਂਦਾ ਹੈ। ਤੇ ਜੇ ਤੁਹਾਨੂੰ ਮੰਥ ਪੁੱਛਿਆ ਜਾਵੇ ਤਾਂ ਇਹ ਵਿਸਾਖੀ ਵਾਲੇ ਵਿਸਾਖੀ ਦੇ ਵਿੱਚ ਜਾਂ ਤਾਂ ਅਪ੍ਰੈਲ ਮਈ ਦੇ ਵਿੱਚ ਇਹ ਡਾਂਸ ਹੈ ਜੋ ਪਰਫੋਰਮ ਕੀਤਾ ਜਾਂਦਾ ਹੈ। ਠੀਕ ਹੈ ਜੀ। ਵਿਸਾਖੀ ਦਾ ਵੈਸੇ 13 ਅਪ੍ਰੈਲ ਦੀ ਹੁੰਦੀ ਹੈ, ਤੇ ਇਹਨਾਂ ਦਾ ਡਾਂਸ ਜੋ ਅਪ੍ਰੈਲ ਮਈ ਦੇ ਵਿੱਚ ਜਦੋਂ ਵੀ ਇਹ ਥੋੜਾ ਡਾਂਸ ਪਰਫੋਰਮ ਕੀਤਾ ਜਾਂਦਾ ਹੈ, ਵਾਰੀਅਰ ਡਾਂਸ ਹੈ, ਇਹ ਵਿਸ਼ੂ ਫੇਅਰ ਦੇ ਵਿੱਚ ਕੀਤਾ ਜਾਂਦਾ ਹੈ ਜੀ। ਠੀਕ ਹੈ ਜੀ, ਇਹ ਤੁਹਾਨੂੰ ਯਾਦ ਰੱਖਣਾ ਹੈ ਜੀ। ਨੈਕਸਟ ਕੁਐਸਚਨ, ਹਾਂਜੀ ਨੈਕਸਟ ਕੁਐਸਚਨ ਹੈ ਜੀ, ਈਰੂ ਥਜੂਵੂਥਲ ਇਜ਼ ਅਨਦਰ ਨੇਮ ਆਫ ਵਿਚ ਫੈਸਟੀਵਲ। ਹਾਂਜੀ, ਇਸ ਫੈਸਟੀਵਲ ਦਾ ਜੋ ਹੋਰ ਨੇਮ ਹੈ ਉਹ ਹੈਗਾ ਹੈ ਜਾਲੀ ਕੱਟੂ। ਜਾਲੀ ਕੱਟੂ, ਜਾਲੀ ਕੱਟੂ ਨੇਮ ਹੈ। ਜੇ ਤੁਹਾਨੂੰ ਪੁੱਛਿਆ ਜਾਵੇ ਜੋ ਇਹ ਫੈਸਟੀਵਲ ਹੈ ਇਹ ਕਿਸ ਸਟੇਟ ਦਾ ਫੈਸਟੀਵਲ ਹੈ, ਤਾਂ ਉਸ ਦੇ ਵਿੱਚ ਤੁਹਾਡਾ ਆਨਸਰ ਆਵੇਗਾ ਇਹ ਹੈਗਾ ਇਹ ਤਾਮਿਲਨਾਡੂ ਦਾ ਜੀ, ਤਾਮਿਲਨਾਡੂ। ਠੀਕ ਹੈ ਜੀ, ਇਹ ਵੀ ਤੁਹਾਨੂੰ ਯਾਦ ਰੱਖਣਾ ਹੈ। ਨੈਕਸਟ ਕੁਐਸਚਨ, ਪਵਿੱਤਰ ਪਾਪੀ ਨੋਵਲ ਰਿਟਨ ਬਾਏ। ਹਾਂਜੀ, ਜੋ ਪਵਿੱਤਰ ਪਾਪੀ ਨੋਵਲ ਹੈ ਇਹ ਕਿਸ ਦੇ ਦੁਆਰਾ ਲਿਖਿਆ ਗਿਆ ਸੀ? ਇਹ ਲਿਖਿਆ ਗਿਆ ਸੀ ਨਾਨਕ ਸਿੰਘ ਜੀ ਦੁਆਰਾ। ਨਾਨਕ ਸਿੰਘ ਇਸ ਦਾ ਸਹੀ ਆਨਸਰ ਆਉਣਾ ਸੀ, ਨਾਨਕ ਸਿੰਘ। ਨੈਕਸਟ ਕੁਐਸਚਨ, ਹਾਂਜੀ ਇੱਕ ਇਹਨਾਂ ਨੇ ਕੁਐਸਚਨ ਪੁੱਛਿਆ ਸੀ ਜੋ ਚਾਈਨਾ ਮਾਰਸ ਮਿਸ਼ਨ ਹੈ ਉਸ ਦਾ ਨੇਮ ਕੀ ਹੈ? ਜੋ ਚਾਈਨਾ ਮਾਰਸ ਮਿਸ਼ਨ ਹੈ ਉਸ ਦਾ ਨੇਮ ਹੈ ਜੀ ਤਾਇਵਾਨ 1 ਉਸ ਦਾ ਨੇਮ ਹੈ। ਠੀਕ ਹੈ ਜੀ, ਇਹ ਵੀ ਕੁਐਸਚਨ ਤੁਹਾਨੂੰ ਯਾਦ ਰੱਖਣਾ ਕਿਉਂਕਿ ਇਹਨਾਂ ਵਿੱਚੋਂ ਵੀ ਤੁਹਾਨੂੰ ਅਗਲੀ ਸ਼ਿਫਟ ਦੇ ਵਿੱਚ ਕੋਈ ਕੁਐਸਚਨ ਆ ਸਕਦੇ ਹਨ। ਠੀਕ ਹੈ ਜੀ। ਨੈਕਸਟ ਕੁਐਸਚਨ, ਹਾਂਜੀ ਇੰਟਰਨੈਸ਼ਨਲ ਡੇ ਅਗੇਨਸਟ ਡਰੱਗ ਅਬਿਊਜ਼ ਐਂਡ ਇਲੀਸਿਟ ਟ੍ਰੈਫਿਕ।
ਇਹ ਕਦੋਂ ਮਨਾਇਆ ਜਾਂਦਾ ਜੀ? ਇਹ ਵੀ ਤੁਹਾਨੂੰ ਯਾਦ ਰੱਖਣਾ ਹੈ, ਮਨਾਇਆ ਜਾਂਦਾ ਜੀ 26 ਜੂਨ ਨੂੰ। ਜੇ ਤੁਹਾਨੂੰ ਥੀਮ ਪੁੱਛਿਆ ਜਾਵੇ 2020 ਦਾ ਥੀਮ ਕੀ ਸੀ? ਇੰਟਰਨੈਸ਼ਨਲ ਡੇ ਅਗੇਨਸਟ ਡਰੱਗ ਅਬਿਊਜ਼ ਐਂਡ ਇਲਿਸਿਟ ਟਰੈਫਿੰਗ 2020 ਦਾ ਥੀਮ ਪੁੱਛਿਆ ਜਾਵੇ ਤਾਂ ਉਹ ਥੀਮ ਸੀ ਬੈਟਰ ਨੌਲੇਜ ਫॉर ਬੈਟਰ ਕੇਅਰ। ਬੈਟਰ ਕੇਅਰ ਇਹ ਵੀ ਤੁਹਾਨੂੰ ਯਾਦ ਰੱਖਣਾ ਜੀ, ਬੈਟਰ ਨੌਲੇਜ ਫॉर ਬੈਟਰ ਕੇਅਰ 2020 ਦਾ ਥੀਮ ਸੀ। ਹਾਂਜੀ ਨੈਕਸਟ ਕੁਐਸਚਨ ਹੈ ਜੀ, ਸਪੀਚਿਸ ਆਫ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਰਿਲੀਜ਼ਡ ਬਾਏ। ਜਿਹੜੀਆਂ ਸਪੀਚ ਹੋਈਆਂ ਸੀ ਪ੍ਰੈਜ਼ੀਡੈਂਟ ਦੀਆਂ ਰਾਮਨਾਥ ਕੋਵਿੰਦ ਜੀ ਦੀਆਂ, ਉਹ ਕਿਸ ਨੇ ਰਿਲੀਜ਼ ਕੀਤੀਆਂ ਸੀ? ਇਸ ਦਾ ਜੋ ਸਹੀ ਆਨਸਰ ਆਉਣਾ ਸੀ ਉਹ ਆਉਣਾ ਸੀ ਰਾਜਨਾਥ ਸਿੰਘ ਜੀ ਦੁਆਰਾ। ਰਾਜਨਾਥ ਸਿੰਘ ਜੀ ਦੁਆਰਾ ਰਿਲੀਜ਼ ਕੀਤੀਆਂ ਗਈਆਂ ਸੀ। ਠੀਕ ਹੈ ਜੀ, ਹੁਣ ਆਪਾਂ ਦੇਖ ਲੈਂਦੇ ਹਾਂ ਨੈਕਸਟ ਕੁਐਸਚਨ। ਹਾਂਜੀ ਨੈਕਸਟ ਕੁਐਸਚਨ ਇਹ ਕੁਐਸਚਨ ਹੈ ਜੀ, ਇਸ ਦੇ ਵਿੱਚ ਪੁੱਛਿਆ ਗਿਆ ਸੀ ਤੁਹਾਨੂੰ, ਹਾਊ ਮੈਨੀ ਈਅਰ ਪਨਿਸ਼ਮੈਂਟ ਅੰਡਰ ਫੋਰਸਡ ਚਾਈਲਡ ਲੇਬਰ। ਜੇ ਕੋਈ ਧੱਕੇ ਨਾਲ ਕਿਸੇ ਨੂੰ ਚਾਈਲਡ ਨੂੰ ਲੇਬਰ ਕਰਾਉਂਦਾ ਹੈ ਤਾਂ ਉਸਦੀ ਸਜ਼ਾ ਕਿੰਨੀ ਹੋ ਸਕਦੀ ਹੈ? ਹਾਂਜੀ ਇਸ ਦਾ ਜੋ ਸਹੀ ਆਨਸਰ ਆਉਣਾ ਸੀ, ਜੇ ਜੇਲ੍ਹ ਟਾਈਮ ਪੁੱਛਿਆ ਜਾਂਦਾ ਜੇਲ੍ਹ ਟਾਈਮ, ਤਾਂ 2 ਮੰਥ ਟੂ 2 ਈਅਰ 2 ਮੰਥ ਟੂ 2 ਮਹੀਨੇ ਤੋਂ ਲੈ ਕੇ 2 ਸਾਲ ਦੇ ਵਿੱਚ ਉਸਨੂੰ ਸਜ਼ਾ ਹੋ ਸਕਦੀ ਹੈ। ਅਤੇ ਇਸ ਦਾ ਜੇ ਫਾਈਨ ਪੁੱਛਿਆ ਜਾਵੇ, ਫਾਈਨ ਕਿੰਨਾ ਹੋ ਸਕਦਾ ਹੈ? ਤਾਂ 20,000 ਤੋਂ ਲੈ ਕੇ 50,000 ਦੇ ਵਿੱਚ ਇਸ ਦਾ ਜੋ ਫਾਈਨ ਹੋ ਸਕਦਾ ਹੈ। ਠੀਕ ਹੈ ਜੀ, ਇਹ ਵੀ ਕੁਐਸਚਨ ਤੁਹਾਨੂੰ ਯਾਦ ਰੱਖਣਾ ਹੈ ਜੀ। ਨੈਕਸਟ ਕੁਐਸਚਨ ਦੇਖਦੇ ਹਾਂ ਹੁਣ ਆਪਾਂ। ਨੈਕਸਟ ਕੁਐਸਚਨ ਪੁੱਛਿਆ ਗਿਆ ਸੀ, ਚਿੱਟਾ ਲਹੂ ਬੁੱਕ ਰਿਟਨ ਬਾਏ। ਹਾਂਜੀ ਚਿੱਟਾ ਲਹੂ ਬੁੱਕ ਹੈ ਜੀ, ਕਿਸ ਦੇ ਦੁਆਰਾ ਲਿਖੀ ਗਈ ਸੀ? ਇਹ ਈਜ਼ੀ ਕੁਐਸਚਨ ਸੀ। ਇਹ ਲਿਖੀ ਗਈ ਸੀ ਨਾਨਕ ਸਿੰਘ ਜੀ ਦੁਆਰਾ। ਨਾਨਕ ਸਿੰਘ ਜੀ ਦੁਆਰਾ ਇਹ ਚਿੱਟਾ ਲਹੂ ਬੁੱਕ ਹੈ ਜੋ ਲਿਖੀ ਗਈ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ। ਹਾਂਜੀ ਅੰਬੋਹਰ ਵਾਈਲਡ ਲਾਈਫ ਸੈਂਚੁਰੀ ਟੂ ਪ੍ਰੋਟੈਕਟ ਵਿਚ ਐਨੀਮਲ ਟਰਾਈਬ। ਹਾਂਜੀ ਜਿਹੜੀ ਅੰਬੋਹਰ ਵਾਈਲਡ ਲਾਈਫ ਸੈਂਚੁਰੀ ਆ ਉਹ ਕਿਹੜੇ ਐਨੀਮਲ ਨੂੰ ਪ੍ਰੋਟੈਕਟ ਕਰਦੀ ਹੈ? ਇਹ ਕਿਹੜੇ ਐਨੀਮਲ ਨੂੰ ਪ੍ਰੋਟੈਕਟ ਕਰਨ ਵਾਸਤੇ ਅੰਬੋਹਰ ਵਾਈਲਡ ਲਾਈਫ ਸੈਂਚੁਰੀ ਹੈ ਜਿਹੜੀ ਇਹ ਬਣਾਈ ਗਈ ਹੈ? ਇਸ ਦਾ ਆਨਸਰ ਆਉਣਾ ਸੀ ਬਲੈਕ ਬਕ। ਠੀਕ ਹੈ ਜੀ, ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਕੁਐਸਚਨ। ਨੈਕਸਟ ਕੁਐਸਚਨ, ਸੁਪਰੀਮ ਕੋਰਟ ਮੈਕਸੀਮਮ ਜੱਜਿਸ। ਹਾਂਜੀ ਇਹਨਾਂ ਨੇ ਪੁੱਛਿਆ ਹੈ ਸੁਪਰੀਮ ਕੋਰਟ ਦੇ ਜੋ ਮੈਕਸੀਮਮ ਜੱਜ ਨੇ ਉਹਨਾਂ ਦੀ ਗਿਣਤੀ ਕਿੰਨੀ ਹੁੰਦੀ ਹੈ? ਹਾਂਜੀ ਟੋਟਲ ਤਾਂ ਦੇਖੋ ਜੀ, ਇਹ ਟੋਟਲ ਜੋ ਗਿਣਤੀ ਹੁੰਦੀ ਹੈ ਉਹ 34 ਜੱਜ ਹੁੰਦੇ ਹਨ। ਠੀਕ ਹੈ ਜੀ, 33 ਤਾਂ ਉਹਨਾਂ ਵਿੱਚ ਜੱਜ ਹੁੰਦੇ ਹਨ, ਅਤੇ ਪਲੱਸ 1 ਚੀਫ ਜਸਟਿਸ ਆਫ ਇੰਡੀਆ ਹੁੰਦਾ ਹੈ। ਠੀਕ ਹੈ ਜੀ, ਜੇ ਤੁਹਾਨੂੰ ਕੁਐਸਚਨ ਦੇ ਵਿੱਚ ਹੁਣ ਪੁੱਛਿਆ ਜਾਵੇ ਕਿ ਪਹਿਲੇ ਚੀਫ ਜੋ ਜਸਟਿਸ ਆਫ ਇੰਡੀਆ ਸੀ ਉਹ ਕੌਣ ਸੀ? ਜੋ ਪਹਿਲੇ ਚੀਫ ਜਸਟਿਸ ਆਫ ਇੰਡੀਆ ਸੀ ਉਹ ਸੀ H.J. ਕਾਨੀਆ। ਠੀਕ ਹੈ ਜੀ, ਜੇ ਤੁਹਾਨੂੰ ਪੁੱਛਿਆ ਜਾਵੇ ਨਾਓ ਹੁਣ ਜੋ ਚੀਫ ਜਸਟਿਸ ਆਫ ਇੰਡੀਆ ਨੇ ਉਹ ਕੌਣ ਨੇ, ਤਾਂ ਉਸ ਦਾ ਆਨਸਰ ਆਉਣਾ ਹੈ N.V. ਰਮਨ। ਇਹ ਕੁਐਸਚਨ ਵੀ ਤੁਹਾਨੂੰ ਯਾਦ ਰੱਖਣਾ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ, ਹੈੱਡ ਆਫ ਦਾ ਕਮੇਟੀ ਔਨ ਪੰਚਾਇਤੀ ਰਾਜ ਇਨ 1977। ਹਾਂਜੀ ਜੋ ਪੰਚਾਇਤੀ ਰਾਜ ਦੀ ਕਮੇਟੀ ਸੀ 1977 ਦੇ ਵਿੱਚ ਬਣਾਈ ਗਈ ਸੀ, ਉਸ ਦਾ ਹੈੱਡ ਕੌਣ ਸੀ? ਹਾਂਜੀ ਇਸ ਦਾ ਆਨਸਰ ਆਉਣਾ ਸੀ ਅਸ਼ੋਕ ਮਹਿਤਾ ਇਸ ਦਾ ਆਨਸਰ ਆਉਣਾ ਸੀ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਜੋ ਪੁੱਛਿਆ ਗਿਆ ਸੀ, ਇਸ ਦੇ ਵਿੱਚ ਪੁੱਛਿਆ ਗਿਆ ਸੀ ਨੌਜਵਾਨ ਭਾਰਤ ਸਭਾ ਫਾਊਂਡਡ ਬਾਏ। ਜੋ ਨੌਜਵਾਨ ਭਾਰਤ ਸਭਾ ਉਹ ਕਿਸ ਦੇ ਦੁਆਰਾ ਫਾਊਂਡ ਕੀਤੀ ਗਈ ਸੀ? ਠੀਕ ਹੈ ਜੀ, ਇਸ ਦਾ ਜੋ ਸਹੀ ਆਨਸਰ ਆਉਣਾ ਸੀ ਉਹ ਆਉਣਾ ਸੀ ਸ਼ਹੀਦ ਭਗਤ ਸਿੰਘ। ਠੀਕ ਹੈ ਜੀ, ਇਹ ਵੀ ਕੁਐਸਚਨ ਯਾਦ ਰੱਖਣਾ। ਨੈਕਸਟ ਕੁਐਸਚਨ, ਰੇਂਜਿਸ ਔਨ ਵੈਸਟ ਡੈਕਨ ਪਲੇਟੂ ਸ਼ਾਹਿਦਰੀ ਆਲਸੋ ਕਾਲਡ ਐਜ਼। ਹਾਂਜੀ ਇਸ ਦਾ ਜੋ ਸਹੀ ਆਨਸਰ ਆਉਣਾ ਸੀ ਉਹ ਆਉਣਾ ਸੀ ਵੈਸਟਰਨ ਘਾਟਸ। ਠੀਕ ਹੈ ਜੀ, ਨੈਕਸਟ ਕੁਐਸਚਨ। ਹਾਂਜੀ ਫਸਟ ਮੀਟਿੰਗ ਆਫ ਕੌਨਸਟੀਟਿਊਸ਼ਨ ਅਸੈਂਬਲੀ।
हाँ जी, ਇਹਦੇ ਬਾਰੇ ਵੀ ਕੁਐਸਚਨ ਪੁੱਛਿਆ ਗਿਆ ਸੀ ਕਿ ਜੋ ਫਸਟ ਮੀਟਿੰਗ ਸੀ ਕੌਂਸਟੀਟਿਊਸ਼ਨ ਅਸੈਂਬਲੀ ਦੀ ਉਹ ਕਦੋਂ ਹੋਈ ਸੀ। ਉਹ ਹੋਈ ਸੀ 9 ਦਸੰਬਰ 1946 ਨੂੰ। ਜੇ ਪੁੱਛਿਆ ਜਾਵੇ ਤੁਹਾਨੂੰ ਇਹਦੇ ਵਿੱਚ ਟੈਂਪਰੇਰੀ ਪ੍ਰੈਜ਼ੀਡੈਂਟ ਸੀ, ਜੋ ਟੈਂਪਰੇਰੀ ਪ੍ਰੈਜ਼ੀਡੈਂਟ ਉਹ ਕੌਣ ਸੀ, ਉਹ ਸੀ ਸਚਿਦਾਨੰਦ ਸਿਨਹਾ। ਸਚਿਦਾਨੰਦ ਸਿਨਹਾ, ਠੀਕ ਹੈ ਜੀ। ਇਹ ਵੀ ਤੁਹਾਨੂੰ ਯਾਦ ਰੱਖਣਾ। ਜੇਕਰ ਤੁਹਾਨੂੰ ਪੁੱਛਿਆ ਜਾਵੇ ਪਰਮਾਨੈਂਟ ਪ੍ਰੈਜ਼ੀਡੈਂਟ ਜੋ ਬਣਾਏ ਗਏ ਸੀ ਕੌਂਸਟੀਟਿਊਸ਼ਨ ਅਸੈਂਬਲੀ ਦੇ ਪਰਮਾਨੈਂਟ ਪ੍ਰੈਜ਼ੀਡੈਂਟ, ਉਹ ਸੀ ਡਾਕਟਰ ਰਜਿੰਦਰ ਪ੍ਰਸਾਦ, ਠੀਕ ਹੈ ਜੀ। ਇਹ ਵੀ ਤੁਹਾਨੂੰ ਯਾਦ ਰੱਖਣਾ ਹੈ। ਨੈਕਸਟ ਕੁਐਸਚਨ, ਹਾਂਜੀ ਤੁਹਾਨੂੰ ਇਹ ਪੁੱਛਿਆ ਗਿਆ ਸੀ ਇੱਕ AIFI ਸਟੈਂਡਸ ਫੋਰ। ਹਾਂਜੀ, ਇਸ ਦੀ ਫੁੱਲ ਫਾਰਮ ਪੁੱਛੀ ਗਈ ਸੀ। ਇਸ ਦੀ ਫੁੱਲ ਫਾਰਮ ਹੈਗੀ ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਠੀਕ ਹੈ ਜੀ। ਇਹ ਵੀ ਤੁਹਾਨੂੰ ਯਾਦ ਰੱਖਣਾ ਜੀ। ਨੈਕਸਟ ਕੁਐਸਚਨ ਜੋ ਪੁੱਛਿਆ ਗਿਆ ਸੀ ਪ੍ਰੈਜ਼ੀਡੈਂਟ ਐਟ ਟਾਈਮ ਆਫ ਪੈਪਸੂ ਡਿਸਇੰਟੀਗ੍ਰੇਸ਼ਨ। ਹਾਂਜੀ, ਜੋ ਪ੍ਰੈਜ਼ੀਡੈਂਟ ਸੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਜੋ ਪੈਪਸੂ ਸੀ ਇਹ ਡਿਸਇੰਟੀਗ੍ਰੇਸ਼ਨ ਹੋਈ ਸੀ 1956 ਦੇ ਵਿੱਚ। ਅਤੇ ਇਸ ਦਾ ਜੋ ਪ੍ਰੈਜ਼ੀਡੈਂਟ ਸੀ ਉਸ ਸਮੇਂ ਜੋ ਪ੍ਰੈਜ਼ੀਡੈਂਟ ਸੀ ਉਹ ਸੀ ਡਾਕਟਰ ਰਜਿੰਦਰ ਪ੍ਰਸਾਦ। ਇਹ ਵੀ ਤੁਹਾਨੂੰ ਯਾਦ ਰੱਖਣਾ। ਨੈਕਸਟ ਕੁਐਸਚਨ ਆਪਾਂ ਦੇਖ ਲੈਂਦੇ ਹਾਂ ਜੀ। ਫੂਡ ਵੇਸਟ ਇੰਡੈਕਸ ਰਿਪੋਰਟ ਪਬਲਿਸ਼ਡ ਬਾਏ ਵਿਚ ਆਰਗੇਨਾਈਜੇਸ਼ਨ। ਹਾਂਜੀ, ਇਸ ਦਾ ਜੋ ਸਹੀ ਆਨਸਰ ਆਉਣਾ ਸੀ ਉਹ ਆਉਣਾ ਸੀ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ। ਹਾਂਜੀ, ਇਹ ਜੋ ਹੈਗੀ ਆ ਆਰਗੇਨਾਈਜੇਸ਼ਨ ਇਹ ਰਿਪੋਰਟ ਜਾਰੀ ਕਰਦੀ ਆ ਫੂਡ ਵੇਸਟ ਇੰਡੈਕਸ ਦੀ। ਅਤੇ ਇਸ ਦਾ ਜੇ ਹੈੱਡਕੁਆਟਰ ਪੁੱਛਿਆ ਜਾਵੇ ਉਹ ਕਿੱਥੇ ਹੈ ਜੀ, ਨੈਰੋਬੀ ਅਤੇ ਨੈਰੋਬੀ ਇਹ ਕਿੱਥੇ ਹੈ ਜੀ, ਕੀਨੀਆ ਦੇ ਵਿੱਚ, ਠੀਕ ਹੈ ਜੀ। ਇਹ ਵੀ ਤੁਹਾਨੂੰ ਯਾਦ ਰੱਖਣਾ ਜੀ। ਨੈਕਸਟ ਕੁਐਸਚਨ, ਵੇਅਰ ਇਜ਼ ਕਿਲ੍ਹਾ ਮੁਬਾਰਕ ਲੋਕੇਟਡ। ਹਾਂਜੀ, ਕਿਲ੍ਹਾ ਮੁਬਾਰਕ ਹੈ ਜੋ ਇੱਕ ਤਾਂ ਜੀ ਹੈਗਾ ਜੀ ਇਹ ਬਠਿੰਡਾ ਦੇ ਵਿੱਚ ਅਤੇ ਇੱਕ ਪਟਿਆਲਾ ਦੇ ਵਿੱਚ। ਹੁਣ ਤੁਹਾਡੇ ਆਪਸ਼ਨ ਦੇ ਵਿੱਚ ਜੇ ਤਾਂ ਬਠਿੰਡਾ ਆਇਆ ਤਾਂ ਬਠਿੰਡਾ ਟਿਕ ਕਰ ਦਿਓ, ਜੇ ਪਟਿਆਲਾ ਆਇਆ ਤਾਂ ਪਟਿਆਲਾ ਟਿਕ ਕਰ ਦਿਓ, ਠੀਕ ਹੈ ਜੀ। ਨੈਕਸਟ ਕੁਐਸਚਨ, ਹੂ ਡਿਸਾਈਡ ਸ਼ਡਿਊਲ ਏਰੀਅਸ। ਹਾਂਜੀ, ਸ਼ਡਿਊਲ ਏਰੀਅਸ ਨੂੰ ਕੌਣ ਡਿਸਾਈਡ ਕਰਦਾ, ਇਸ ਦਾ ਆਨਸਰ ਆਉਣਾ ਸੀ ਪ੍ਰੈਜ਼ੀਡੈਂਟ। ਜੋ ਪ੍ਰੈਜ਼ੀਡੈਂਟ ਨੇ ਉਹ ਡਿਸਾਈਡ ਕਰਦੇ ਨੇ ਸ਼ਡਿਊਲ ਏਰੀਅਸ ਨੂੰ, ਠੀਕ ਹੈ ਜੀ। ਨੈਕਸਟ ਕੁਐਸਚਨ, ਹੂ ਇਜ਼ ਦਾ ਫਸਟ ਵੂਮੈਨ ਕ੍ਰਿਕਟਰ ਹੂ ਸਕੋਰਡ 10,000 ਰਨਸ ਇਨ ODI ਕ੍ਰਿਕਟ। ਹਾਂਜੀ, ਇਸ ਦਾ ਜੋ ਸਹੀ ਆਨਸਰ ਆਉਣਾ ਸੀ ਉਹ ਆਉਣਾ ਸੀ ਮਿਥਾਲੀ ਰਾਜ ਇਸ ਦਾ ਸਹੀ ਆਨਸਰ ਸੀ। ਨੈਕਸਟ ਕੁਐਸਚਨ, ਸੁੰਦਰਬਨ ਡੈਲਟਾ ਲੋਕੇਟਡ ਇਨ। ਹਾਂਜੀ, ਇਹ ਡੈਲਟਾ ਇਹ ਵੈਸਟ ਬੰਗਾਲ ਦੇ ਵਿੱਚ ਹੈ, ਵੈਸਟ ਬੰਗਾਲ। ਇਹ ਤੁਹਾਨੂੰ ਯਾਦ ਰੱਖਣਾ ਹੈ। ਤੁਹਾਨੂੰ ਹੋਰ ਵੀ ਡੈਲਟਾ ਦੇ ਬਾਰੇ ਪੁੱਛਿਆ ਜਾ ਸਕਦਾ ਹੈ, ਉਹ ਵੀ ਤੁਸੀਂ ਯਾਦ ਕਰਕੇ ਜਾਣੇ ਨੇ। ਹੋਰ ਡੈਲਟੇ ਨੇ ਜੋ, ਠੀਕ ਹੈ ਜੀ। ਨੈਸ਼ਨਲ ਪਾਰਕ ਕਰ ਜਿਓ, ਡੈਲਟਾ ਕਰ ਜਿਓ, ਬਾਕੀ ਇੰਪੋਰਟੈਂਟ ਡੇਟਸ, ਇਹ ਸਾਰਾ ਕੁਝ ਜੋ ਸਟੈਟਿਕ GK ਆ ਤੁਹਾਨੂੰ ਜ਼ਰੂਰ ਕਰਕੇ ਜਾਣੀ ਹੈ ਯਾਦ। ਨੈਕਸਟ ਕੁਐਸਚਨ ਜੋ ਪੁੱਛਿਆ ਗਿਆ ਸੀ ਉਹ ਪੁੱਛਿਆ ਗਿਆ ਸੀ ਅਟਲ ਪੈਨਸ਼ਨ ਯੋਜਨਾ ਸਕੀਮ। ਹਾਂਜੀ, ਅਟਲ ਪੈਨਸ਼ਨ ਸੋਸ਼ਲ ਯੋਜਨਾ ਸਕੀਮ ਹੈ ਜੀ, ਇਹ ਇੱਕ ਸੋਸ਼ਲ ਸਿਕਿਉਰਿਟੀ ਸਕੀਮ ਹੈ, ਠੀਕ ਹੈ ਜੀ। ਇਹ ਕਿਹਨੂੰ ਦਿੱਤੀ ਜਾਂਦੀ ਹੈ, ਜੋ 60 ਸਾਲ ਤੋਂ ਪਲੱਸ ਨੇ ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ ਸਕੀਮ, ਠੀਕ ਹੈ ਜੀ। ਬਾਕੀ ਇਸ ਦੇ ਬਾਰੇ ਜੋ ਕੁਐਸਚਨ ਆਇਆ ਹੋਊਗਾ ਉਹ ਮੈਨੂੰ ਅਜੇ ਚੰਗੀ ਤਰ੍ਹਾਂ ਪਤਾ ਨਹੀਂ, ਜੋ ਵੀ ਕੁਐਸਚਨ ਸੀ, ਠੀਕ ਹੈ ਜੀ, ਮੈਂ ਤੁਹਾਨੂੰ ਦੱਸਤਾ। ਹੁਣ ਆਪਾਂ ਦੇਖ ਲਿਆ ਨੈਕਸਟ ਕੁਐਸਚਨ, ਪ੍ਰਣਬ ਮੁਖਰਜੀ ਬੁੱਕ ਨੇਮ। ਹਾਂਜੀ, ਜੋ ਪ੍ਰਣਬ ਮੁਖਰਜੀ ਦੀਆਂ ਬੁੱਕਾਂ, ਵੈਸੇ ਇਹਨਾਂ ਨੇ ਬੁੱਕਾਂ ਬਹੁਤ ਲਿਖੀਆਂ ਨੇ, ਪਰ ਜੋ ਲੇਟੈਸਟ ਬੁੱਕ ਆ ਮੈਂ ਤੁਹਾਨੂੰ ਉਸ ਦੇ ਬਾਰੇ ਦੱਸ ਦਿੰਦਾ। ਉਹ ਬੁੱਕ ਹੈ ਦਾ ਪ੍ਰੈਜ਼ੀਡੈਂਟੀਅਲ ਈਅਰਸ, ਠੀਕ ਹੈ ਜੀ। ਇਹਨਾਂ ਨੇ ਬੁੱਕ ਲਿਖੀ ਸੀ ਲੇਟੈਸਟ। ਬਾਕੀ ਤੁਹਾਡੇ ਆਪਸ਼ਨ ਦੇ ਵਿੱਚ ਜੇ ਕੋਈ ਹੋਰ ਬੁੱਕ ਹੋਵੇ ਤਾਂ ਉਹ ਆਉਣੀ ਆ ਜੋ ਇਹਨਾਂ ਨੇ ਲਿਖੀ ਸੀ। ਬਾਕੀ ਲੇਟੈਸਟ ਬੁੱਕ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ ਹੈ ਜੀ। ਨੈਕਸਟ ਕੁਐਸਚਨ, ਇੰਡੀਅਨ 에ਅਰ ਫੋਰਸ ਸਪੋਰਟਸ ਕੰਟਰੋਲ ਬੋਰਡ ਰਿਸੀਵਡ ਨੈਸ਼ਨਲ ਸਪੋਰਟਸ ਅਵਾਰਡ।
ਹਾਂਜੀ ਇਹ ਮਿਲਿਆ ਸੀ ਉਹਨਾਂ ਨੂੰ ਬੈਸਟ ਕੰਪਨੀ ਪ੍ਰਮੋਟਿੰਗ ਸਪੋਰਟ ਔਰ ਪਬਲਿਕ ਸੈਕਟਰ 2020 ਦੇ ਲਈ ਉਹਨਾਂ ਨੂੰ ਜੋ ਅਵਾਰਡ ਮਿਲਿਆ ਸੀ ਬੈਸਟ ਕੰਪਨੀ ਪ੍ਰਮੋਟਿੰਗ ਸਪੋਰਟ ਔਰ ਪਬਲਿਕ ਸੈਕਟਰ 2020। ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਆਪਾਂ ਦੇਖ ਲੈਂਦੇ ਹਾਂ ਰੀਜ਼ਨਿੰਗ ਦੇ ਜੋ ਕੁਐਸਚਨ ਆਏ ਸੀ। ਜੋ ਸੈਕਿੰਡ ਪੇਪਰ ਹੋਇਆ ਸੀ ਉਸ ਦੇ ਵਿੱਚ DI ਦੇ ਸਭ ਤੋਂ ਜ਼ਿਆਦਾ ਕੁਐਸਚਨ ਪੁੱਛੇ ਗਏ ਸੀ। ਲਗਭਗ 4-5 ਕੁਐਸਚਨ DI ਦੇ ਸੀ, 4-5 ਕੁਐਸਚਨ ਪਾਈ ਚਾਰਟ ਦੇ। ਬਾਕੀ ਪਜਲ ਦੇ ਵਿੱਚ ਸੀਟਿੰਗ ਅਰੇਂਜਮੈਂਟ ਆਈ ਸੀ ਜੀ, ਨੰਬਰ ਸੀਰੀਜ਼ ਆਏ ਸੀ, ਅਲਫਾਬੈਟ ਸੀਰੀਜ਼, ਅਲਫਾ ਨੂਮੈਰਿਕ ਸੀਰੀਜ਼, ਕੋਡਿੰਗ ਤੇ ਡੀਕੋਡਿੰਗ। ਠੀਕ ਹੈ ਜੀ। ਰੀਜ਼ਨਿੰਗ ਦੇ ਵਿੱਚ ਇਹ ਚੈਪਟਰ ਆਏ ਸੀ, ਇਹ ਤੁਹਾਨੂੰ ਜ਼ਰੂਰ ਕਰਕੇ ਜਾਣੇ ਨੇ ਜੀ। ਨੈਕਸਟ ਕੁਐਸਚਨ ਇੰਗਲਿਸ਼ ਦੇ ਵਿੱਚ ਜੋ ਆਏ ਸੀ ਉਹ ਦੱਸ ਦਿੰਦੇ ਆ ਜੀ ਤੁਹਾਨੂੰ। ਉਸ ਦੇ ਵਿੱਚ ਟਰਾਂਸਲੇਸ਼ਨ ਆਈ ਸੀ, ਪੈਰਾਗ੍ਰਾਫ, ਰੀਅਰੇਂਜਮੈਂਟ, ਐਂਟੋਨੀਅਮ, ਸਿਨੋਨੀਅਮ, ਫਿਲਿੰਗ ਦਾ ਬਲੈਂਕਸ, ਇਹ ਟੌਪਿਕਸ। ਇਹਨਾਂ ਦੇ ਵਿੱਚ ਸਾਨੂੰ ਕੁਐਸਚਨ ਤਾਂ ਦੇਖੋ ਜੀ ਇੰਨੇ ਜਵਾਕਾਂ ਨੂੰ ਯਾਦ ਨਹੀਂ ਰਹਿੰਦੇ ਕਿ ਕਿਹੜੇ ਕਿਹੜੇ ਕੁਐਸਚਨ ਆਏ ਸੀ, ਪਰ ਟੌਪਿਕ ਤੁਹਾਨੂੰ ਮੈਂ ਦੱਸ ਦਿੱਤੇ, ਟੌਪਿਕ ਤੁਸੀਂ ਯਾਦ ਕਰ ਜਿਓ। ਠੀਕ ਹੈ ਜੀ। ਨੈਕਸਟ ਕੁਐਸਚਨ ਕੰਪਿਊਟਰ ਦੇ ਸਾਨੂੰ ਅਜੇ ਜ਼ਿਆਦਾ ਟੌਪਿਕ ਪਤਾ ਨਹੀਂ ਲੱਗੇ। ਕੰਪਿਊਟਰ ਦੇ ਟੌਪਿਕ ਸਾਨੂੰ 2-3 ਅਜੇ ਪਤਾ ਲੱਗੇ ਨੇ। MS ਆਫਿਸ 2019 ਦੇ ਵਿੱਚੋਂ ਕੁਐਸਚਨ ਪੁੱਛੇ ਗਏ ਸੀ, ਸ਼ਾਰਟਕਟ ਕੀਜ਼ ਪੁੱਛੀਆਂ ਗਈਆਂ ਸੀ ਅਤੇ ਇੰਟਰਨੈੱਟ ਬਾਰੇ ਪੁੱਛਿਆ ਗਿਆ ਸੀ। ਜਿਵੇਂ ਜਿਵੇਂ ਸਾਨੂੰ ਹੋਰ ਕੁਐਸਚਨਾਂ ਦਾ ਪਤਾ ਲੱਗੀ ਜਾਊਗਾ ਅਸੀਂ ਵੀਡੀਓ ਦੇ ਵਿੱਚ ਬਣਾ ਕੇ ਤੁਹਾਨੂੰ ਇਸ ਚੈਨਲ 'ਤੇ ਜ਼ਰੂਰ ਅਪਲੋਡ ਕਰਦੇ ਰਹਾਂਗੇ। ਜੇਕਰ ਤੁਹਾਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ। ਜੇ ਤੁਹਾਨੇ ਕੁਝ ਪੁੱਛਣਾ ਹੁੰਦਾ ਹੈ ਤਾਂ ਕਮੈਂਟਾਂ ਦੇ ਵਿੱਚ ਪੁੱਛ ਲਿਆ ਕਰੋ। ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਕਿਉਂਕਿ ਅਸੀਂ ਜੋ ਵੀ ਕਰਦੇ ਹਾਂ ਚੈਨਲਾਂ ਬਾਰੇ, ਜਿੰਨੇ ਵੀ YouTube 'ਤੇ ਚੈਨਲ ਨੇ ਉਹ ਜੋ ਵੀ ਕਰਦੇ ਨੇ ਉਹ ਤੁਹਾਡੇ ਲਈ ਉਹ ਕਰਦੇ ਨੇ। ਸੋ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ। ਠੀਕ ਹੈ ਜੀ। ਬਾਕੀ ਜਿਨ੍ਹਾਂ ਨੇ ਵੀਡੀਓ ਦੇਖ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਆਸ ਕਰਦਾ ਕਿ ਜਿਨ੍ਹਾਂ ਨੇ ਇਸ ਵਾਰੀ ਵਧੀਆ ਤਿਆਰੀ ਕੀਤੀ ਹੈ ਉਹਨਾਂ ਦਾ ਸਬ ਇੰਸਪੈਕਟਰ ਦਾ ਪੇਪਰ, ਕਾਂਸਟੇਬਲ ਦਾ ਪੇਪਰ, ਜੋ ਵੀ ਉਹਨਾਂ ਨੇ ਪੇਪਰ ਭਰਿਆ ਹੈ ਉਹ ਪੇਪਰ ਉਹਨਾਂ ਦਾ ਜ਼ਰੂਰ ਨਿਕਲੇਗਾ। ਸਾਰਿਆਂ ਨੂੰ ਬੈਸਟ ਆਫ ਲੱਕ ਅਤੇ ਥੈਂਕ ਯੂ ਜੀ, ਧੰਨਵਾਦ ਜੀ।